ਸਤਿ ਸ਼੍ਰੀ ਅਕਾਲ। ਕੈਨੇਡਾ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਹਾਂ ਰਚਨਾ ਸੇਵਕ, ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਮੁੱਖ ਖਬਰਾਂ ਤੇ। ਕੈਨੇਡਾ ਵਿੱਚ ਭਾਰਤੀ ਮਕਾਨ ਮਾਲਕਾਂ ਵੱਲੋਂ ਵੱਡਾ ਰੋਸ ਵਿਖਾਵਾ। ਡੈਲਟਾ ਵਿਖੇ ਹਾਊਸਿੰਗ ਮੰਤਰੀ ਰਵੀ ਕਾਲੋ ਦੇ ਦਫ਼ਤਰ ਮੋਹਰੇ ਮੁਜ਼ਾਹਰਾ। ਬਜਟ ਆਫਿਸਰ ਯਵੇਸ ਗਿਰੌਕਸ ਨੇ ਟੈਕਸਾਂ 'ਚ ਵਾਧੇ ਦੇ ਦਿੱਤੇ ਸੰਕੇਤ। ਟੈਕਸ ਵਧਾਉਣ ਤੋਂ ਇਲਾਵਾ ਸਰਕਾਰ ਕੋਲ ਹੋਰ ਕੋਈ ਚਾਰਾ ਨਹੀਂ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਕੀਤਾ ਗਿਆ ਅਹਿਮ ਐਲਾਨ। ਅਗਲੇ 2 ਸਾਲਾਂ ਵਿੱਚ ਐਕਸਾਈਜ਼ ਟੈਕਸ ਵਿੱਚ ਨਹੀਂ ਹੋਵੇਗਾ ਵਾਧਾ। ਅਤੇ ਕੈਨੇਡਾ 'ਚ 3 ਪੰਜਾਬੀ ਟਰੱਕ ਡਰਾਈਵਰਾਂ ਨੇ ਜਿੱਤਿਆ ਮੁਕੱਦਮਾ। ਕੈਨੇਡੀਅਨ ਟਰੱਕਿੰਗ ਕੰਪਨੀ ਨੇ ਕੀਤਾ ਸੀ ਮੁਕੱਦਮਾ ਦਾਇਰ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੈਨੇਡਾ ਵਿੱਚ ਭਾਰਤੀ ਮੂਲ ਦੇ ਮਕਾਨ ਮਾਲਕਾਂ ਨੂੰ ਲਗਾਤਾਰ ਸੰਘਰਸ਼ ਕਰਨਾ ਪੈ ਰਿਹਾ ਹੈ। ਬਰੈਂਪਟਨ ਤੋਂ ਬਾਅਦ ਹੁਣ BC ਵਿੱਚ ਭਾਰਤੀ, ਖਾਸ ਤੌਰ ਤੇ ਪੰਜਾਬੀ ਮਕਾਨ ਮਾਲਕ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਨੇ। ਸੈਂਕੜੇ ਲੋਕਾਂ ਨੇ ਡੈਲਟਾ ਵਿਖੇ ਹਾਊਸਿੰਗ ਮੰਤਰੀ ਰਵੀ ਕਾਲੋ ਦੇ ਦਫ਼ਤਰ ਮੋਹਰੇ ਮੁਜ਼ਾਹਰਾ ਕਰਦਿਆਂ ਵਧੇਰੇ ਹੱਕਾਂ ਦੀ ਮੰਗ ਕੀਤੀ ਹੈ। ਰਿਪੋਰਟ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮੌਜੂਦਾ ਕਾਨੂੰਨ ਖਰੂਦੀ ਕਿਰਾਏਦਾਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਤਾਕਤ ਨਹੀਂ ਰੱਖਦੇ। ਸਿੱਧੇ ਤੌਰ ਤੇ ਗੱਲ ਕਰੀਏ ਤਾਂ ਮਕਾਨ ਮਾਲਕਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਸਖਤ ਕਾਨੂੰਨ ਲਿਆਂਦੇ ਜਾਣ ਦੀ ਜ਼ਰੂਰਤ ਹੈ। ਡੈਲਟਾ ਦੀ ਰੈਲੀ ਉਸ ਪਟੀਸ਼ਨ ਦੇ ਹੱਕ ਵਿੱਚ ਕੀਤੀ ਗਈ ਜੋ ਅਕਤੂਬਰ 2023 ਵਿੱਚ ਆਰੰਭੀ ਗਈ ਅਤੇ ਇਸ ਉੱਤੇ ਹੁਣ ਤੱਕ 15,600 ਤੋਂ ਵੱਧ ਦਸਤਖਤ ਹੋ ਚੁੱਕੇ ਨੇ। BC ਦੀ ਲੈਂਡਲॉर्ड ਰਾਈਟਸ ਐਸੋਸੀਏਸ਼ਨ ਨੇ ਕਿਹਾ ਕਿ ਹਾਊਸਿੰਗ ਮੰਤਰੀ ਰਵੀ ਕਾਲੋ ਨਾਲ 3 ਵਾਰ ਸੰਪਰਕ ਕਰਨ ਦਾ ਯਤਨ ਕੀਤਾ ਗਿਆ, ਪਰ ਹਰ ਵਾਰ ਰੁਝੇਵਿਆਂ ਦਾ ਲਾਰਾ ਲਗਾ ਕੇ ਉਹ ਨਹੀਂ ਮਿਲਦੇ। ਐਸੋਸੀਏਸ਼ਨ ਦੇ ਮੈਂਬਰ ਬਲਦੀਪ ਸਿੰਘ ਝੰਡ ਮੁਤਾਬਕ ਹੋਰ ਕੋਈ ਚਾਰਾ ਬਚਦਾ ਨਾ ਵੇਖ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਅਸੀਂ ਰਵੀ ਕਾਲੋ ਨੂੰ ਮਕਾਨ ਮਾਲਕਾਂ ਦੀਆਂ ਚਿੰਤਾਵਾਂ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਾਂ ਅਤੇ ਕਾਨੂੰਨਾਂ ਵਿੱਚ ਕੁਝ ਤਬਦੀਲੀਆਂ ਬੇਹੱਦ ਲਾਜ਼ਮੀ ਹੋ ਚੁੱਕੀਆਂ ਨੇ, ਉਹ ਕਰਵਾਉਣਾ ਚਾਹੁੰਦੇ ਹਾਂ। ਮਕਾਨ ਮਾਲਕਾਂ ਦੀ ਪਟੀਸ਼ਨ ਕਹਿੰਦੀ ਹੈ ਕਿ ਰੈਜ਼ੀਡੈਂਸ਼ੀਅਲ ਟੈਨੈਂਸੀ ਬ੍ਰਾਂਚ ਵਿਵਾਦਾਂ ਨਾਲ ਸੰਬੰਧਿਤ ਫੈਸਲੇ ਦੇਣ ਦਾ ਕੰਮ ਤੇਜ਼ੀ ਨਾਲ ਕਰੇ ਅਤੇ ਕਿਰਾਏਦਾਰਾਂ ਨੂੰ ਤੈਅਸ਼ੁਦਾ ਸਮੇਂ ਲਈ ਰੱਖਣ ਦਾ ਨਿਯਮ ਬਹਾਲ ਕੀਤਾ ਜਾਵੇ। ਇਸ ਦੇ ਨਾਲ ਹੀ ਕਿਰਾਇਆ ਵਧਾਉਣ ਦੀ ਇਜਾਜ਼ਤ ਵੀ ਮਿਲਣੀ ਚਾਹੀਦੀ ਹੈ। ਉਧਰ BC ਦੇ ਹਾਊਸਿੰਗ ਮੰਤਰੀ ਰਵੀ ਕਾਲੋ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਵੇਲੇ ਅਸੀਂ ਰਿਹਾਇਸ਼ ਦੇ ਸੰਕਟ ਵਿੱਚੋਂ ਲੰਘ ਰਹੇ ਹਾਂ ਅਤੇ ਕਿਰਾਏਦਾਰਾਂ ਦੀ ਮਦਦ ਵਾਸਤੇ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਕਿਰਾਏਦਾਰਾਂ ਅਤੇ ਮਕਾਨ ਮਾਲਕਾਂ ਦੀ ਮਦਦ ਦਰਮਿਆਨ ਤਵਾਜ਼ਨ ਕਾਇਮ ਕੀਤਾ ਗਿਆ ਅਤੇ ਪਿਛਲੇ ਸਾਲ ਵਿਵਾਦਾਂ ਦੀ ਸੁਣਵਾਈ ਦੇ ਉਡੀਕ ਸਮੇਂ ਵਿੱਚ 50% ਦੀ ਕਮੀ ਆਈ ਹੈ। ਰਵੀ ਕਾਲੋ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਚਾਹੁੰਦੀ ਹੈ ਕਿ BC ਦੇ 16 ਲੱਖ ਕਿਰਾਏਦਾਰਾਂ ਨੂੰ ਮਿਆਰੀ ਰਿਹਾਇਸ਼ ਮੁਹੱਈਆ ਹੋਵੇ ਅਤੇ ਮਕਾਨ ਮਾਲਕਾਂ ਦੇ ਹਿੱਤਾਂ ਦਾ ਵੀ ਕੋਈ ਨੁਕਸਾਨ ਬਿਲਕੁਲ ਨਾ ਹੋਵੇ। ਪਾਰਲੀਮੈਂਟਰੀ ਬਜਟ ਆਫਿਸਰ ਯਵੇਸ ਗਿਰੌਕਸ ਅਨੁਸਾਰ ਆਉਣ ਵਾਲੇ ਬਜਟ ਵਿੱਚ ਫੈਡਰਲ ਸਰਕਾਰ ਕੋਲ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦੀ ਗੁੰਜਾਇਸ਼ ਕਾਫੀ ਘੱਟ ਹੈ। ਗਿਰੌਕਸ ਨੇ ਇੱਕ ਇੰਟਰਵਿਊ ਵਿੱਚ ਆਖਿਆ ਕਿ ਜੇ ਸਰਕਾਰ 2026 ਤੋਂ ਬਾਅਦ ਘਾਟੇ ਨੂੰ GDP ਦਾ 1% ਤੋਂ ਘੱਟ ਰੱਖਣਾ ਚਾਹੁੰਦੀ ਹੈ ਤਾਂ ਸਰਕਾਰ ਕੋਲ ਨਵੇਂ ਖਰਚਿਆਂ ਲਈ ਬਹੁਤੀ ਗੁੰਜਾਇਸ਼ ਨਹੀਂ ਹੈ। ਉਹਨਾਂ ਆਖਿਆ ਕਿ ਜੇ ਸਰਕਾਰ ਕੁਝ ਖੇਤਰਾਂ ਵਿੱਚ ਖਰਚੇ ਘਟਾਉਣ ਤੇ ਟੈਕਸਾਂ ਵਿੱਚ ਵਾਧਾ ਕਰਨ ਦਾ ਫੈਸਲਾ ਕਰਦੀ ਹੈ ਤਾਂ ਉਸ ਦੀ ਖਰਚੇ ਕਰਨ ਦੀ ਸਮਰੱਥਾ ਵੱਧ ਜਾਵੇਗੀ, ਪਰ ਜਿਹੋ ਜਿਹੇ ਹਾਲਾਤ ਇਸ ਸਮੇਂ ਹੈਗੇ ਨੇ ਉਹਨਾਂ ਵਿੱਚ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਸਰਕਾਰ ਕੋਲ ਖਰਚਿਆਂ ਵਿੱਚ ਵਾਧਾ ਕਰਨ ਬਾਰੇ ਸੋਚਣਾ ਵੀ ਮੁਸ਼ਕਿਲ ਹੈ। ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਇਸ ਹਫ਼ਤੇ ਇਹ ਐਲਾਨ ਕੀਤਾ ਗਿਆ ਸੀ ਕਿ ਉਹ 16 ਅਪ੍ਰੈਲ ਨੂੰ ਫੈਡਰਲ ਬਜਟ ਪੇਸ਼ ਕਰਨਗੇ। ਫਰੀਲੈਂਡ ਅਨੁਸਾਰ ਬਜਟ ਪੇਸ਼ ਕਰਨ ਤੋਂ ਬਾਅਦ ਅਗਲੀ ਪੀੜ੍ਹੀ ਲਈ ਮੱਧ ਵਰਗੀ ਜ਼ਿੰਦਗੀ ਬਿਹਤਰ ਹੋ ਜਾਵੇਗੀ। ਫੈਡਰਲ ਸਰਕਾਰ ਵੱਲੋਂ ਟੈਕਸਾਂ ਵਿੱਚ ਵਾਧਾ ਕੀਤੇ ਜਾਣ ਦੀ ਕਿਸੇ ਯੋਜਨਾ ਦਾ ਸੰਕੇਤ ਨਹੀਂ ਦਿੱਤਾ ਗਿਆ, ਪਰ ਉਹਨਾਂ ਆਖਿਆ ਕਿ ਉਹ ਅਗਲੇ 5 ਸਾਲਾਂ ਵਿੱਚ ਕਈ ਡਿਪਾਰਟਮੈਂਟਸ ਵਿੱਚ ਹੋਣ ਵਾਲੇ ਖਰਚਿਆਂ ਉੱਤੇ ਨਕੇਲ ਜ਼ਰੂਰ ਕੱਸ ਕੇ $15 ਮਿਲੀਅਨ ਹੋਰ ਕੱਢ ਲੈਣਗੇ। ਇਸ ਦੇ ਨਾਲ ਹੀ ਫਰੀਲੈਂਡ ਨੇ 2028 ਤੋਂ ਪਹਿਲਾਂ ਖਰਚਿਆਂ ਨੂੰ $14.1 ਬਿਲੀਅਨ ਤੱਕ ਘਟਾਉਣ ਦਾ ਤਹੀਆ ਵੀ ਪ੍ਰਗਟਾਇਆ ਹੈ। ਇਸ ਤੋਂ ਭਾਵ ਹੈ ਕਿ ਫਰੀਲੈਂਡ ਹਰ ਸਾਲ ਖਰਚਿਆਂ ਵਿੱਚ $4.1 ਬਿਲੀਅਨ ਦੀ ਕਟੌਤੀ ਕਰਨਾ ਚਾਹੁੰਦੇ ਨੇ, ਪਰ ਗਿਰੌਕਸ ਅਨੁਸਾਰ ਇਹ ਕਟੌਤੀਆਂ ਸਰਕਾਰ ਵੱਲੋਂ ਪਿੱਛੇ ਜਿਹੇ ਕੀਤੀਆਂ ਗਈਆਂ ਵਚਨਬੱਧਤਾਵਾਂ ਜਿਵੇਂ ਕਿ ਡਾਇਬੀਟੀਜ਼ ਤੇ ਗਰਭ ਨਿਰੋਧਕ ਦਵਾਈਆਂ ਲਈ ਫਾਰਮਾ ਕੇਅਰ ਪ੍ਰੋਗਰਾਮ, ਫੈਡਰਲ ਡਿਸੇਬਿਲਿਟੀ ਬੈਨੀਫਿਟ ਜਾਂ ਫਿਰ ਨਾਟੋ ਵੱਲੋਂ ਡਿਫੈਂਸ ਉੱਤੇ GDP ਦਾ 2% ਖਰਚਣ ਦਾ ਟੀਚਾ ਪੂਰਾ ਕਰਨ ਲਈ ਕਾਫੀ ਨਹੀਂ ਨੇ। ਉਹਨਾਂ ਆਖਿਆ ਕਿ ਇਹਨਾਂ ਸਾਰੇ ਵਾਅਦਿਆਂ ਨੂੰ ਬਜਟ ਵਿੱਚ ਅਜੇ ਤੱਕ ਸ਼ਾਮਲ ਨਹੀਂ ਕੀਤਾ ਗਿਆ ਹੈ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਫੈਡਰਲ ਸਰਕਾਰ ਵੱਲੋਂ ਅਗਲੇ 2 ਹੋਰ ਸਾਲਾਂ ਲਈ ਬੀਅਰ, ਸਪਿਰਿਟਸ ਤੇ ਵਾਈਨ ਉੱਤੇ ਲਾਏ ਜਾਣ ਵਾਲੇ ਸਾਲਾਨਾ ਐਲਕੋਹਲ ਐਕਸਾਈਜ਼ ਟੈਕਸ ਨੂੰ 2% ਰੱਖਣ ਦਾ ਹੀ ਫੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮਹਿੰਗਾਈ ਕਾਰਨ ਐਲਕੋਹਲ ਐਕਸਾਈਜ਼ ਟੈਕਸ ਵਿੱਚ 1 ਅਪ੍ਰੈਲ ਨੂੰ 4.7% ਦਾ ਵਾਧਾ ਹੋਣਾ ਤੈਅ ਸੀ, ਪਰ ਫਰੀਲੈਂਡ ਵੱਲੋਂ ਅੱਜ ਇਹ ਐਲਾਨ ਕੀਤਾ ਗਿਆ ਹੈ ਕਿ ਇਸ ਵਾਧੇ ਉੱਤੇ ਹਾਲ ਦੀ ਘੜੀ ਰੋਕ ਲਾ ਦਿੱਤੀ ਗਈ ਹੈ। ਉਹਨਾਂ ਨੇ ਕੁਝ ਲੋਕਲ ਬਰਿਊਰੀਜ਼ ਨੂੰ ਵੀ ਟੈਕਸ ਵਿੱਚ ਥੋੜੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ।
ਇਸ ਲਈ ਫ੍ਰੀਲੈਂਡ ਨੇ 2 ਸਾਲਾਂ ਲਈ ਬੀਅਰ ਦੇ ਪਹਿਲੇ 15,000 ਹੈਕਟੋਲੀਟਰਸ ਉੱਤੇ ਐਕਸਾਈਜ਼ ਡਿਊਟੀ ਰੇਟਾਂ ਵਿੱਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਫ੍ਰੀਲੈਂਡ ਦਾ ਕਹਿਣਾ ਹੈ ਕਿ ਕੈਨੇਡਾ ਦੇ ਸਮਾਲ ਕ੍ਰਾਫਟ ਬਰਿਊਅਰਜ਼ ਦੁਨੀਆ ਦੇ ਬਿਹਤਰੀਨ ਕਾਰੋਬਾਰੀਆਂ ਵਿੱਚ ਸ਼ਾਮਲ ਨੇ ਤੇ ਦੇਸ਼ ਦੇ ਅਰਥਚਾਰੇ ਵਿੱਚ ਅਹਿਮ ਯੋਗਦਾਨ ਪਾ ਰਹੇ ਨੇ। ਰੈਸਟੋਰੈਂਟ ਕੈਨੇਡਾ ਵੱਲੋਂ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਰੈਸਟੋਰੈਂਟ ਕੈਨੇਡਾ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਇੰਨੀ ਵੱਡੀ ਵਿੱਤੀ ਰਾਹਤ ਨਾਲ ਆਪਰੇਟਰਸ ਨੂੰ ਵੀ ਥੋੜਾ ਸਾਹ ਆਵੇਗਾ। ਕੈਨੇਡਾ ਵਿੱਚ 3 ਪੰਜਾਬੀ ਟਰੱਕ ਡਰਾਈਵਰਾਂ ਨੂੰ ਵੱਡੀ ਰਾਹਤ ਮਿਲੀ ਹੈ। ਇਹਨਾਂ 3 ਟਰੱਕ ਡਰਾਈਵਰਾਂ ਤੇ ਕੈਨੇਡੀਅਨ ਟਰੱਕਿੰਗ ਕੰਪਨੀ ਨੇ ਮੁਕੱਦਮਾ ਦਾਇਰ ਕੀਤਾ ਸੀ। ਜਾਣਕਾਰੀ ਮੁਤਾਬਕ ਡਰਾਈਵਰਾਂ ਤੇ ਜਾਣਬੁੱਝ ਕੇ ਵਾਧੂ ਸਮਾਂ ਖਰਚ ਕਰਨ ਦਾ ਦੋਸ਼ ਲਾਉਂਦਿਆਂ ਮਿਹਨਤਾਨਾ ਵਾਪਸ ਮੰਗਣ ਵਾਲੀ ਕੈਨੇਡੀਅਨ ਟਰੱਕਿੰਗ ਕੰਪਨੀ ਦੇ ਪੱਲੇ ਨਿਰਾਸ਼ਾ ਹੀ ਪਈ ਜਦੋਂ ਟ੍ਰਿਬਿਊਨਲ ਨੇ ਹਰ ਮਾਮਲੇ ਵਿੱਚ ਫੈਸਲਾ ਡਰਾਈਵਰਾਂ ਦੇ ਹੱਕ ਵਿੱਚ ਸੁਣਾ ਦਿੱਤਾ। ਸੀਟੀਵੀ ਦੀ ਰਿਪੋਰਟ ਮੁਤਾਬਕ BC ਦੇ ਲੋਅਰ ਮੇਨਲੈਂਡ ਇਲਾਕੇ ਨਾਲ ਸੰਬੰਧਿਤ ਸੰਦਰ ਟਰੱਕਿੰਗ ਲਿਮਟਿਡ ਵੱਲੋਂ ਜਸਕਰਨ ਸਿੰਘ, ਹਰਜਿੰਦਰ ਗਿੱਲ ਅਤੇ ਗੁਰਮੀਤ ਸੰਧੂ ਤੇ ਸਾਂਝੇ ਤੌਰ ਤੇ $13,616 ਵਾਪਸ ਮੰਗੇ ਗਏ ਸਨ। ਦੂਜੇ ਪਾਸੇ ਡਰਾਈਵਰਾਂ ਨੇ ਕਿਹਾ ਕਿ ਓਵਰਟਾਈਮ ਨਾ ਦੇਣ ਬਾਰੇ ਸ਼ਿਕਾਇਤਾਂ ਦਾਇਰ ਕਰਨ ਮਗਰੋਂ ਉਹਨਾਂ ਵਿਰੁੱਧ ਬੇਬੁਨਿਆਦ ਦੋਸ਼ ਲਾਏ ਗਏ ਨੇ। ਟ੍ਰਿਬਿਊਨਲ ਮੈਂਬਰ ਮਾਈਕਾ ਕਾਰਮਡੀ ਨੇ ਸੰਦਰ ਟਰੱਕਿੰਗ ਦੀ ਸ਼ਿਕਾਇਤ ਸਿੱਧੇ ਤੌਰ ਤੇ ਰੱਦ ਕਰ ਦਿੱਤੀ ਤੇ ਕਿਹਾ ਕਿ ਟਰਾਂਸਪੋਰਟ ਕੰਪਨੀ ਇਹ ਗੱਲ ਸਾਬਿਤ ਕਰਨ ਵਿੱਚ ਅਸਫਲ ਰਹੀ ਹੈ ਕਿ ਡਰਾਈਵਰਾਂ ਨੇ ਜਾਣਬੁੱਝ ਕੇ ਆਪਣੇ ਕੰਮ ਵਾਲੇ ਘੰਟੇ ਵਧਾ ਚੜ੍ਹਾ ਕੇ ਪੇਸ਼ ਕੀਤੇ ਨੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਟਰਾਂਸਪੋਰਟ ਕੰਪਨੀਆਂ ਵੱਲੋਂ GPS ਟਰੈਕਿੰਗ ਰਾਹੀਂ ਟਰੱਕ ਦਾ ਇੰਜਨ ਸਟਾਰਟ ਹੋਣ ਤੋਂ ਲੈ ਕੇ ਇੰਜਨ ਬੰਦ ਹੋਣ ਤੱਕ ਦਾ ਸਮਾਂ ਗਿਣਨ ਦਾ ਯਤਨ ਕੀਤਾ ਜਾਂਦਾ ਹੈ। ਪਰ ਇਹਨਾਂ ਮਾਮਲਿਆਂ ਵਿੱਚ ਮਾਈਕਾ ਕਾਰਮਡੀ ਨੇ ਕਿਹਾ ਕਿ ਕੰਪਨੀ ਨੂੰ ਆਪਣਾ ਦਾਅਵਾ ਸਾਬਤ ਕਰਨ ਲਈ ਸਾਬਤ ਕਰਨਾ ਹੋਵੇਗਾ ਕਿ ਡਰਾਈਵਰ ਨੇ ਇੰਪਲੋਇਮੈਂਟ ਕੰਟਰੈਕਟ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ, ਪਰ ਕਿਸੇ ਵੀ ਮਾਮਲੇ ਵਿੱਚ ਅਜਿਹਾ ਨਾ ਹੋ ਸਕਿਆ। ਕੰਪਨੀ ਦਾ ਦੋਸ਼ ਸੀ ਕਿ ਉਸ ਦੇ ਸਾਬਕਾ ਡਰਾਈਵਰਾਂ ਨੇ ਤੈਅ ਸਮੇਂ ਤੋਂ ਪਹਿਲਾਂ ਰਵਾਨਾ ਹੋਣ ਅਤੇ ਦੇਰ ਨਾਲ ਮੰਜ਼ਿਲ ਤੇ ਪੁੱਜਣ ਬਾਰੇ ਝੂਠੇ ਦਾਅਵੇ ਕੀਤੇ ਨੇ। GPS ਦੇ ਆਧਾਰ ਤੇ ਕੰਪਨੀ ਵੱਲੋਂ ਪੇਸ਼ ਦਲੀਲਾਂ ਨਾਲ ਅਸਹਿਮਤੀ ਜ਼ਾਹਰ ਕਰਦਿਆਂ ਕਾਰਮਡੀ ਨੇ ਫੈਸਲੇ ਵਿੱਚ ਲਿਖਿਆ ਕਿ ਇੱਕ ਡਰਾਈਵਰ ਦੀ ਸ਼ਿਫਟ ਉਸ ਵੇਲੇ ਸ਼ੁਰੂ ਨਹੀਂ ਹੁੰਦੀ ਜਦੋਂ ਟਰੱਕ ਦਾ ਇੰਜਨ ਸਟਾਰਟ ਹੁੰਦਾ ਹੈ ਤੇ ਇਹ ਉਸ ਵੇਲੇ ਖਤਮ ਵੀ ਨਹੀਂ ਹੁੰਦੀ ਜਦੋਂ ਇੰਜਨ ਬੰਦ ਕਰ ਦਿੱਤਾ ਜਾਂਦਾ ਹੈ। ਕੈਨੇਡਾ ਤੋਂ ਇੱਕ ਚਿੰਤਾਜਨਕ ਖਬਰ ਸਾਹਮਣੇ ਆਈ ਹੈ। ਇੱਥੇ ਪੰਜਾਬੀ ਨੌਜਵਾਨ ਪ੍ਰਭਜੋਤ ਲਾਲੀ ਸਰੀ ਤੋਂ ਲਾਪਤਾ ਹੈ। ਪ੍ਰਭਜੋਤ ਲਾਲੀ ਦੀ ਭਾਲ ਵਿੱਚ ਜੁਟੀ ਕੈਨੇਡੀਅਨ ਪੁਲਿਸ ਨੇ ਹੁਣ ਉਸ ਦੀ ਭਾਲ ਲਈ ਲੋਕਾਂ ਤੋਂ ਮਦਦ ਮੰਗੀ ਹੈ। ਪ੍ਰਭਜੋਤ ਲਾਲੀ ਨੂੰ ਆਖਰੀ ਵਾਰ 7 ਮਾਰਚ ਦੀ ਸ਼ਾਮ ਨੂੰ ਦੇਖਿਆ ਗਿਆ ਸੀ ਅਤੇ ਇਸ ਮਗਰੋਂ ਉਸ ਦਾ ਕੋਈ ਥੋ ਪਤਾ ਨਹੀਂ ਲੱਗ ਸਕਿਆ। ਦੂਜੇ ਪਾਸੇ ਨਿਊਯਾਰਕ ਸ਼ਹਿਰ ਵਿੱਚ 10 ਦਿਨ ਤੋਂ ਲਾਪਤਾ ਭਾਰਤੀ ਔਰਤ ਦੀ ਭਾਲ ਕਰ ਰਹੀ ਪੁਲਿਸ ਨੇ ਕਿਹਾ ਕਿ 25 ਸਾਲ ਦੀ ਫਰੀਨ ਖੋਜਾ ਮਾਨਸਿਕ ਬਿਮਾਰੀ ਤੋਂ ਪੀੜਿਤ ਹੈ ਅਤੇ ਜਿਸ ਕਿਸੇ ਨੂੰ ਉਸ ਦੇ ਪਤੇ ਟਿਕਾਣੇ ਬਾਰੇ ਜਾਣਕਾਰੀ ਹੋਵੇ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ। ਸਰੀ RCMP ਮੁਤਾਬਕ 23 ਸਾਲ ਦੇ ਪ੍ਰਭਜੋਤ ਲਾਲੀ ਦਾ ਕੱਦ 6 ਫੁੱਟ ਅਤੇ ਵਜ਼ਨ 80 ਕਿਲੋ ਹੈ। ਉਸ ਦੇ ਵਾਲ ਕਾਲੇ ਨੇ, ਅੱਖਾਂ ਭੂਰੀਆਂ ਨੇ ਅਤੇ ਉਸਨੇ ਹਲਕੀ ਦਾੜੀ ਵੀ ਰੱਖੀ ਹੋਈ ਹੈ। ਪ੍ਰਭਜੋਤ ਲਾਲੀ ਦਾ ਪਰਿਵਾਰ ਅਤੇ ਪੁਲਿਸ ਉਸ ਦੀ ਸੁੱਖ ਸਾਂਦ ਬਾਰੇ ਫਿਕਰਮੰਦ ਨੇ। ਪ੍ਰਭਜੋਤ ਲਾਲੀ ਨੂੰ ਸਰੀ ਦੀ 125A ਸਟਰੀਟ ਦੇ 7000 ਬਲਾਕ ਵਿੱਚ ਵੀਰਵਾਰ ਸ਼ਾਮ 4:15 ਵਜੇ ਆਖਰੀ ਵਾਰ ਦੇਖਿਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਪ੍ਰਭਜੋਤ ਲਾਲੀ ਦੇ ਪਤੇ ਟਿਕਾਣੇ ਬਾਰੇ ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਉਹ 604 599 0502 ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟਾਪਰਸ ਨਾਲ 1800 222 ਟਿਪਸ ਤੇ ਕਾਲ ਕੀਤੀ ਜਾ ਸਕਦੀ ਹੈ। ਕੈਨੇਡਾ ਤੋਂ ਆਪਣੇ ਮਾਤਾ-ਪਿਤਾ ਨਾਲ ਰਾਏਕੋਟ ਆਉਣ ਲਈ ਜਹਾਜ਼ 'ਚ ਸਫ਼ਰ ਕਰ ਰਹੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਸੁਪਿੰਦਰ ਸਿੰਘ ਗਰੇਵਾਲ ਦੇ ਭਰਾ ਬਲਰਾਜ ਸਿੰਘ ਅਨੁਸਾਰ ਸੁਪਿੰਦਰ ਸਿੰਘ ਗਰੇਵਾਲ ਪੁੱਤਰ ਮੱਖਣ ਸਿੰਘ ਗਰੇਵਾਲ ਬੀਤੀ 6 ਮਾਰਚ ਨੂੰ ਕੈਨੇਡਾ ਦੇ ਵੈਂਕੂਵਰ ਸ਼ਹਿਰ ਤੋਂ ਰਾਏਕੋਟ ਆਉਣ ਲਈ ਆਪਣੇ ਮਾਤਾ-ਪਿਤਾ ਨਾਲ ਜਹਾਜ਼ 'ਚ ਬੈਠਾ ਸੀ। ਇਸੇ ਦੌਰਾਨ ਅਚਾਨਕ ਸੁਪਿੰਦਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਹਾਲਤ ਕਾਫੀ ਵਿਗੜ ਗਈ ਤੇ ਜਹਾਜ਼ ਦੇ ਸਟਾਫ ਵੱਲੋਂ ਕਾਫੀ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਸੁਪਿੰਦਰ ਨੂੰ ਬਚਾਇਆ ਨਹੀਂ ਜਾ ਸਕਿਆ। ਦੱਸ ਦਈਏ ਕਿ ਸੁਪਿੰਦਰ ਦੀ ਪਤਨੀ ਤੇ ਬੱਚਿਆਂ ਦਾ ਪਾਸਪੋਰਟ ਰੀਨਿਊ ਨਹੀਂ ਹੈ, ਇਸ ਕਰਕੇ ਮ੍ਰਿਤਕ ਦੇਹ ਨੂੰ ਵਾਪਸ ਕੈਨੇਡਾ ਭੇਜਣਾ ਪਿਆ ਤੇ ਮਾਪਿਆਂ ਨੂੰ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਵਾਪਸ ਪੰਜਾਬ ਆਣਾ ਪਿਆ। ਮ੍ਰਿਤਕ ਸੁਪਿੰਦਰ ਦੀ ਉਮਰ ਲਗਭਗ 48 ਸਾਲ ਦੀ ਸੀ। 7 ਘੰਟਿਆਂ ਦੇ ਸਫ਼ਰ ਤੋਂ ਬਾਅਦ ਜਹਾਜ਼ 'ਚ ਉਸ ਦੀ ਸਿਹਤ ਵਿਗੜ ਗਈ। ਹੁਣ ਮ੍ਰਿਤਕ ਦੇ ਮਾਪਿਆਂ ਨੇ 11 ਮਾਰਚ ਨੂੰ ਵਾਪਸ ਕੈਨੇਡਾ ਜਾ ਕੇ ਉਸ ਦਾ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕਰਨਾ ਹੈ। ਨਾਰਥ ਯਾਰਕ ਵਿੱਚ ਤੜਕਸਾਰ ਇੱਕ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ 55 ਸਾਲਾ ਵਿਅਕਤੀ ਦੀ ਮੌਤ ਹੋ ਗਈ, ਜਦਕਿ 19 ਸਾਲਾਂ ਦੇ ਡਰਾਈਵਰ ਨੂੰ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਤੇ ਹਾਦਸੇ ਨੂੰ ਅੰਜਾਮ ਦੇਣ ਕਾਰਨ ਚਾਰਜਿਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਮਵਾਰ ਨੂੰ ਸਵੇਰੇ 5 ਵਜੇ ਦੇ ਨੇੜੇ-ਤੇੜੇ ਐਲਨ ਰੋਡ ਦੇ ਪੂਰਬ ਵਿੱਚ ਲਾਰੈਂਸ ਐਵੇਨਿਊ ਵੈਸਟ ਉੱਤੇ ਇੱਕ ਰਾਹਗੀਰ ਦੇ ਹਾਦਸੇ ਦਾ ਸ਼ਿਕਾਰ ਹੋਣ ਦੀਆਂ ਖਬਰਾਂ ਦੇ ਕੇ ਐਮਰਜੈਂਸੀ ਅਮਲੇ ਨੂੰ ਸੱਦਿਆ ਗਿਆ। ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ ਸਾਈਡ ਵਾਕ ਉੱਤੇ ਤੁਰਿਆ ਜਾ ਰਿਹਾ ਸੀ ਜਦੋਂ ਇੱਕ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਸ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇੰਜ ਲੱਗ ਰਿਹਾ ਸੀ ਕਿ ਗੱਡੀ ਤੋਂ ਡਰਾਈਵਰ ਆਪਣਾ ਨਿਯੰਤਰਣ ਗੁਆ ਬੈਠਿਆ ਤੇ ਸੜਕ ਤੋਂ ਉਤਰ ਕੇ ਸਾਈਡ ਵਾਕ ਉੱਤੇ ਤੁਰੇ ਜਾ ਰਹੇ ਵਿਅਕਤੀ ਨਾਲ ਗੱਡੀ ਟਕਰਾ ਗਈ।
ਹਾਦਸੇ ਵਿੱਚ ਸ਼ਾਮਲ ਗੱਡੀ ਮੌਕੇ ਉੱਤੇ ਹੀ ਮੌਜੂਦ ਰਹੀ। ਡਰਾਈਵਰ ਨੂੰ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਲਈ ਚਾਰਜ ਕੀਤਾ ਗਿਆ ਹੈ। ਪੁਲਿਸ ਨੇ ਆਖਿਆ ਕਿ ਉਹ ਇਹ ਪਤਾ ਲਾਉਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਕਿ ਕਿਤੇ ਹਾਦਸਾ ਤੇਜ਼ ਰਫ਼ਤਾਰ ਕਾਰਨ ਤਾਂ ਨਹੀਂ ਵਾਪਰਿਆ। ਰਿਚਮੰਡ ਹਿੱਲ ਵਿੱਚ ਲੱਗੀ ਅੱਗ ਕਾਰਨ 3 ਘਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਅੱਧੀ ਰਾਤ ਤੋਂ ਬਾਅਦ ਬੇਵਿਊ ਐਵੇਨਿਊ ਤੇ 16th ਐਵੇਨਿਊ ਇਲਾਕੇ ਵਿੱਚ ਐਮਰਜੈਂਸੀ ਅਮਲੇ ਨੂੰ ਸੱਦਿਆ ਗਿਆ। ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਅੱਗ ਡੰਕਨ ਰੋਡ ਉੱਤੇ ਸਥਿਤ ਇੱਕ ਖਾਲੀ ਘਰ ਤੋਂ ਸ਼ੁਰੂ ਹੋਈ ਤੇ ਫਿਰ ਜਲਦ ਹੀ ਨੇੜਲੇ 2 ਘਰਾਂ ਨੂੰ ਵੀ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ। ਅੱਗ ਉੱਤੇ ਸਵੇਰੇ 5:30 ਵਜੇ ਤੱਕ ਕਾਬੂ ਪਾ ਲਿਆ ਗਿਆ ਸੀ। ਐਮਰਜੈਂਸੀ ਅਮਲਾ ਵੱਡੀ ਮਾਤਰਾ ਵਿੱਚ ਇਲਾਕੇ ਵਿੱਚ ਮੌਜੂਦ ਰਿਹਾ। ਜਿਸ ਘਰ ਤੋਂ ਅੱਗ ਸ਼ੁਰੂ ਹੋਈ ਉਹ ਤਾਂ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ ਹੈ, ਜਦਕਿ 2 ਦੂਜੇ ਘਰਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ। ਇੱਥੇ ਨਾਲ ਲੱਗਦੇ ਹੋਰਨਾਂ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਇਹਤਿਆਤਨ ਘਰਾਂ ਤੋਂ ਬਾਹਰ ਕੱਢ ਲਿਆ ਗਿਆ, ਪਰ ਉਹਨਾਂ ਨੂੰ ਬਾਅਦ ਵਿੱਚ ਆਪਣੇ ਘਰਾਂ ਵਿੱਚ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਇਸ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਅੱਗ ਲੱਗਣ ਦੇ ਕਾਰਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ। ਓਨਟਾਰੀਓ ਫਾਇਰ ਮਾਰਸ਼ਲ ਨੂੰ ਇਸ ਸਬੰਧ ਵਿੱਚ ਜਾਣਕਾਰੀ ਦੇ ਦਿੱਤੀ ਗਈ। ਬਰੈਂਪਟਨ ਅਤੇ ਹੈਮਿਲਟਨ ਵਿਖੇ ਗੋਲੀਬਾਰੀ ਦੀਆਂ ਵੱਖ-ਵੱਖ ਵਾਰਦਾਤਾਂ ਦੌਰਾਨ 2 ਔਰਤਾਂ ਸਣੇ 3 ਜਣੇ ਜ਼ਖਮੀ ਹੋ ਗਏ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਕੁਈਨ ਸਟਰੀਟ ਵੈਸਟ ਅਤੇ ਮੇਨ ਸਟਰੀਟ ਸਾਊਥ ਇਲਾਕੇ ਦੇ ਪਲਾਜ਼ਾ ਵਿੱਚ ਗੋਲੀਆਂ ਚਲਾਉਣ ਮਗਰੋਂ 16 ਤੋਂ 18 ਸਾਲ ਦਾ ਨੌਜਵਾਨ ਫਰਾਰ ਹੋ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਪੀਲ ਰੀਜਨਲ ਪੁਲਿਸ ਮੁਤਾਬਕ ਪਲਾਜ਼ਾ ਵਿੱਚ ਹੋਈ ਗੋਲੀਬਾਰੀ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਕਿਹਾ ਕਿ ਸ਼ੱਕੀ ਨੇ ਗੂੜੇ ਰੰਗ ਦੀ ਜੈਕਟ ਅਤੇ ਗੂੜੇ ਰੰਗ ਦੀ ਟਰੈਕ ਪੈਂਟ ਪਾਈ ਹੋਈ ਸੀ। ਜੇ ਕਿਸੇ ਕੋਲ ਸ਼ੱਕੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਫਸਰਾਂ ਨਾਲ 9054532121 ਐਕਸਟੈਂਸ਼ਨ 2233 ਤੇ ਸੰਪਰਕ ਕਰ ਸਕਦਾ ਹੈ। ਦੂਜੇ ਪਾਸੇ ਹੈਮਿਲਟਨ ਵਿਖੇ ਹਾਈਵੇ 6 ਤੇ ਗੋਲੀਆਂ ਲੱਗਣ ਕਾਰਨ 2 ਔਰਤਾਂ ਜ਼ਖਮੀ ਹੋ ਗਈਆਂ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਾਰਜੈਂਟ ਕੈਰੀ ਸ਼ਮਿਡ ਨੇ ਗੋਲੀਬਾਰੀ ਦੀ ਤਸਦੀਕ ਕਰਦਿਆਂ ਕਿਹਾ ਕਿ ਬਰਸੀਲੰਗਟਨ ਦੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਵਾਰਦਾਤ ਦੇ ਮੱਦੇਨਜ਼ਰ ਹਾਈਵੇ ਦਾ ਟੋਟਾ ਐਤਵਾਰ ਸਵੇਰੇ ਬੰਦ ਰੱਖਿਆ ਗਿਆ। ਮੌਕਾਏ ਵਾਰਦਾਤ ਤੇ ਇੱਕ ਕਾਲੇ ਰੰਗ ਦੀ ਹੋਂਡਾ ਗੱਡੀ ਨਜ਼ਰ ਆ ਰਹੀ ਸੀ, ਜਦਕਿ ਹੈਮਿਲਟਨ ਦੇ ਪੈਰਾਮੈਡਿਕਸ ਨੇ ਦੱਸਿਆ ਕਿ 20 ਤੋਂ 25 ਸਾਲ ਦੀਆਂ 2 ਔਰਤਾਂ ਨੂੰ ਟਰਾਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ। ਕਿਊਬਿਕ ਵਿੱਚ ਤੇਜ਼ ਹਵਾਵਾਂ ਅਤੇ ਭਾਰੀ ਬਰਫ਼ਬਾਰੀ ਮਗਰੋਂ ਐਤਵਾਰ ਨੂੰ 1,20,000 ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ ਸੀ। ਐਤਵਾਰ ਬਾਅਦ ਦੁਪਹਿਰ ਤੱਕ ਕਿਊਬਿਕ ਸਿਟੀ ਸਣੇ ਕਈ ਇਲਾਕਿਆਂ ਵਿੱਚ 35 ਸੈਂਟੀਮੀਟਰ ਤੱਕ ਬਰਫ਼ ਡਿੱਗੀ ਅਤੇ ਐਨਵਾਇਰਨਮੈਂਟ ਕੈਨੇਡਾ ਮੁਤਾਬਕ ਬਰਫ਼ਬਾਰੀ ਦਾ ਸਿਲਸਿਲਾ ਸੋਮਵਾਰ ਤੱਕ ਜਾਰੀ ਰਿਹਾ। ਹਾਈਡਰੋ ਕਿਊਬਿਕ ਨੇ ਦੱਸਿਆ ਕਿ ਬਿਜਲੀ ਸਪਲਾਈ ਬਹਾਲ ਕਰਨ ਦੇ ਯਤਨ ਕੀਤੇ ਗਏ, ਪਰ ਭਾਰੀ ਬਰਫ਼ਬਾਰੀ ਰਾਹਤ ਵਿੱਚ ਅੜਿੱਕੇ ਪਾ ਰਹੀ ਸੀ। ਐਤਵਾਰ ਸ਼ਾਮ ਤੱਕ ਤਕਰੀਬਨ 11,000 ਘਰ ਹੀ ਬਗੈਰ ਬਿਜਲੀ ਤੋਂ ਰਹਿ ਗਏ ਸਨ। ਦੂਜੇ ਪਾਸੇ ਮੌਸਮ ਵਿਗਿਆਨੀਆਂ ਨੇ ਕਿਹਾ ਕਿ ਬਰਫ਼ਬਾਰੀ ਦੀ ਗੈਰ ਮੌਜੂਦਗੀ ਵਿੱਚ ਫ੍ਰੀਜ਼ਿੰਗ ਰੇਨ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਸਕਦੀ ਹੈ। ਕਿਊਬੈਕ ਦੇ ਨਾਲ-ਨਾਲ ਨਿਊ ਬ੍ਰੰਜ਼ਵਿਕ ਅਤੇ ਨੋਵਾ ਸਕੋਸ਼ੀਆ ਰਾਜਾਂ ਦੇ ਕੁਝ ਇਲਾਕਿਆਂ ਵਿੱਚ ਬਰਫ਼ਬਾਰੀ ਅਤੇ ਫ੍ਰੀਜ਼ਿੰਗ ਰੇਨ ਦੇ ਪੇਸ਼ਨਗੋਈ ਕੀਤੀ ਗਈ ਹੈ। ਨਿਊ ਬ੍ਰੰਜ਼ਵਿਕ ਦੇ ਫਰੈਡਰਿਕਟਨ ਅਤੇ ਸੇਂਟ ਜੌਨ ਤੋਂ ਇਲਾਵਾ ਹੈਲੀਫੈਕਸ ਵਿਖੇ ਸੋਮਵਾਰ ਬਾਅਦ ਦੁਪਹਿਰ ਤੱਕ 25 ਤੋਂ 50 ਮਿਲੀਮੀਟਰ ਤੱਕ ਮੀਂਹ ਪੈਣ ਦੀ ਚੇਤਾਵਨੀ ਵੀ ਦਿੱਤੀ ਗਈ ਸੀ, ਜਦਕਿ 80 ਕਿਲੋਮੀਟਰ ਪ੍ਰਤੀ ਘੰਟਾ ਤੱਕ ਰਫ਼ਤਾਰ ਵਾਲੀਆਂ ਹਵਾਵਾਂ ਚੱਲ ਸਕਦੀਆਂ ਨੇ। ਸਿਰਫ ਇੰਨਾ ਹੀ ਨਹੀਂ, ਨੀਵੇਂ ਇਲਾਕਿਆਂ ਵਿੱਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋਣ ਦੀ ਵੀ ਚੇਤਾਵਨੀ ਦਿੱਤੀ ਗਈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਰਮਜ਼ਾਨ ਮੌਕੇ ਦੁਨੀਆ ਭਰ ਦੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੰਦੇ ਹੋਏ ਐਤਵਾਰ ਨੂੰ ਦੁਹਰਾਇਆ ਕਿ ਅਮਰੀਕਾ ਬੰਦਕਾਂ ਦੀ ਰਿਹਾਈ ਸਮਝੌਤੇ ਦੇ ਤਹਿਤ ਘੱਟੋ-ਘੱਟ 6 ਹਫ਼ਤਿਆਂ ਦੀ ਫੌਰੀ ਜੰਗਬੰਦੀ ਲਈ ਕੰਮ ਕਰਦੇ ਰਹਿਣਗੇ। ਬਾਈਡਨ ਨੇ ਕਿਹਾ, ਸੰਯੁਕਤ ਰਾਜ ਅਮਰੀਕਾ ਬੰਦਕਾਂ ਦੀ ਰਿਹਾਈ ਸਮਝੌਤੇ ਦੇ ਤਹਿਤ ਘੱਟੋ-ਘੱਟ 6 ਹਫ਼ਤਿਆਂ ਲਈ ਤੁਰੰਤ ਜੰਗਬੰਦੀ ਨੂੰ ਪ੍ਰਾਪਤ ਕਰਨ ਲਈ ਅਣਥੱਕ ਕੰਮ ਕਰਨਾ ਜਾਰੀ ਰੱਖੇਗਾ। ਅਸੀਂ ਸਥਿਰਤਾ, ਸੁਰੱਖਿਆ ਅਤੇ ਸ਼ਾਂਤੀ ਦੇ ਲੰਬੇ ਸਮੇਂ ਦੇ ਭਵਿੱਖ ਲਈ ਕੰਮ ਕਰਨਾ ਜਾਰੀ ਰੱਖਾਂਗੇ। ਇਸ ਵਿੱਚ ਯਕੀਨੀ ਬਣਾਉਣ ਲਈ 2 ਰਾਜ ਹੱਲ ਸ਼ਾਮਲ ਹੈ ਕਿ ਫਲਸਤੀਨ ਅਤੇ ਇਜ਼ਰਾਈਲ ਦੇ ਲੋਕ ਬਰਾਬਰ ਦੀ ਆਜ਼ਾਦੀ, ਮਾਣ, ਸੁਰੱਖਿਆ ਅਤੇ ਖੁਸ਼ਹਾਲੀ ਦਾ ਆਨੰਦ ਮਾਣ ਸਕਣ। ਇਹ ਸਥਾਈ ਸ਼ਾਂਤੀ ਦਾ ਇੱਕੋ ਇੱਕ ਰਸਤਾ ਹੈ। ਉਹਨਾਂ ਕਿਹਾ ਕਿ ਅਮਰੀਕਾ ਗਾਜ਼ਾ ਵਿੱਚ ਜ਼ਮੀਨੀ, ਹਵਾਈ ਅਤੇ ਸਮੁੰਦਰੀ ਰਾਹੀਂ ਵਧੇਰੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਅੰਤਰਰਾਸ਼ਟਰੀ ਯਤਨਾਂ ਦੀ ਅਗਵਾਈ ਕਰਦਾ ਰਹੇਗਾ। ਰਮਜ਼ਾਨ ਤੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੰਦੇ ਹੋਏ ਬਾਈਡਨ ਨੇ ਕਿਹਾ, ਇਹ ਪਵਿੱਤਰ ਮਹੀਨਾ ਪ੍ਰਤੀਬਿੰਬ ਅਤੇ ਨਵੀਨੀਕਰਨ ਦਾ ਸਮਾਂ ਹੈ। ਇਸ ਸਾਲ ਇਹ ਮਹੀਨਾ ਬਹੁਤ ਦੁਖਦਾਈ ਸਮੇਂ ਤੇ ਆਇਆ ਹੈ। ਗਾਜ਼ਾ ਵਿੱਚ ਜੰਗ ਨੇ ਫਲਸਤੀਨੀ ਲੋਕਾਂ ਨੂੰ ਭਿਆਨਕ ਦੁੱਖ ਪਹੁੰਚਾਇਆ ਹੈ। ਇਸ ਯੁੱਧ ਵਿੱਚ 30,000 ਤੋਂ ਵੱਧ ਫਲਸਤੀਨੀ ਮਾਰੇ ਗਏ ਨੇ, ਜਿਨ੍ਹਾਂ ਵਿੱਚ ਜ਼ਿਆਦਾਤਰ ਆਮ ਨਾਗਰਿਕ ਨੇ। ਇਹਨਾਂ ਵਿੱਚ ਹਜ਼ਾਰਾਂ ਬੱਚੇ ਵੀ ਸ਼ਾਮਿਲ ਨੇ। ਕੁਝ ਅਮਰੀਕੀ ਮੁਸਲਮਾਨਾਂ ਦੇ ਪਰਿਵਾਰਕ ਮੈਂਬਰ ਨੇ ਜੋ ਅੱਜ ਆਪਣੇ ਅਜ਼ੀਜ਼ਾਂ ਦੇ ਗੁਆਚਣ ਤੇ ਸੋਗ ਮਨਾ ਰਹੇ ਨੇ। ਬਾਈਡਨ ਨੇ ਕਿਹਾ ਕਿ ਗਾਜ਼ਾ ਵਿੱਚ ਵੱਡੀ ਗਿਣਤੀ ਵਿੱਚ ਨਾਗਰਿਕਾਂ ਦੀ ਮੌਤ ਕਾਰਨ ਇਜ਼ਰਾਈਲ ਅੰਤਰਰਾਸ਼ਟਰੀ ਸਮਰਥਨ ਗੁਆ ਸਕਦਾ ਹੈ ਅਤੇ ਉਹਨਾਂ ਦੀਆਂ ਤਾਜ਼ਾ ਟਿੱਪਣੀਆਂ ਅਮਰੀਕਾ ਦੇ ਜੋਨਾਥਨ ਕੈਪਹਾਰਟ ਨਾਲ ਇੱਕ ਤਾਜ਼ਾ ਇੰਟਰਵਿਊ ਵਿੱਚ ਆਈਆਂ ਨੇ। ਬਾਈਡਨ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਸੋਚਦੇ ਨੇ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਗਾਜ਼ਾ ਵਿੱਚ ਹਮਾਸ ਖਿਲਾਫ ਆਪਣੀ ਲੜਾਈ ਵਿੱਚ
ਮਦਦ ਕਰਨ ਦੀ ਬਜਾਏ ਇਜ਼ਰਾਈਲ ਨੂੰ ਨੁਕਸਾਨ ਪਹੁੰਚਾ ਰਹੇ ਨੇ। ਰੂਸ ਨੇ ਸੋਸ਼ਲ ਮੀਡੀਆ ਰਾਹੀਂ ਅਮਰੀਕਾ ਵਿੱਚ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਦਖਲਅੰਦਾਜ਼ੀ ਕੀਤੀ ਸੀ। ਵਿਸ਼ੇਸ਼ ਵਕੀਲ ਰਾਬਰਟ ਮੂਲਰ ਨੇ 2018 ਵਿੱਚ ਪੇਸ਼ ਕੀਤੀ ਚਾਰਜ ਸ਼ੀਟ ਵਿੱਚ ਦੱਸਿਆ ਕਿ ਕਿਵੇਂ ਰੂਸੀਆ ਨੇ ਹਿਲੇਰੀ ਕਲਿੰਟਨ ਦੇ ਖਿਲਾਫ ਅਤੇ ਸੋਸ਼ਲ ਮੀਡੀਆ ਤੇ ਡੋਨਾਲਡ ਟਰੰਪ ਦੇ ਹੱਕ ਵਿੱਚ ਪ੍ਰਚਾਰ ਕੀਤਾ ਸੀ। ਹੁਣ 2024 ਦੀਆਂ ਰਾਸ਼ਟਰਪਤੀ ਚੋਣਾਂ ਤੇ ਵੀ ਅਜਿਹਾ ਹੀ ਖਤਰਾ ਮੰਡਰਾ ਰਿਹਾ ਹੈ। ਕਈ ਮਾਹਰ ਚੀਨੀ ਕੰਪਨੀ ਬਾਈਟ ਡਾਂਸ ਦੀ ਐਪ ਟਿਕਟੌਕ ਨੂੰ ਗੰਭੀਰਤਾ ਨਾਲ ਲੈਣ ਦੀ ਸਲਾਹ ਦੇ ਰਹੇ ਨੇ। ਟਿਕਟੌਕ ਦੇ ਅਮਰੀਕਾ ਵਿੱਚ ਲਗਭਗ 170 ਮਿਲੀਅਨ ਮਹੀਨਾਵਾਰ ਉਪਭੋਗਤਾ ਨੇ। ਇਹ ਨੌਜਵਾਨਾਂ ਵਿੱਚ ਵਧੇਰੇ ਪ੍ਰਸਿੱਧ ਹੈ, ਖਾਸ ਕਰਕੇ ਕਾਲਜਾਂ ਵਿੱਚ ਇਸ ਰਾਹੀਂ ਸਿਆਸੀ ਪ੍ਰਚਾਰ ਹੋਇਆ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ 5 ਮਾਰਚ ਨੂੰ ਰਿਪਬਲਿਕਨ ਪਾਰਟੀ ਦੇ ਮਾਈਕ ਗਲਾਕੇਰ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਰਾਜਾ ਕ੍ਰਿਸ਼ਨ ਮੂਰਤੀ ਅਤੇ 18 ਹੋਰ ਸੰਸਦ ਮੈਂਬਰਾਂ ਨੇ ਪ੍ਰਤੀਨਿਧੀ ਸਦਨ ਵਿੱਚ ਇੱਕ ਬਿੱਲ ਪੇਸ਼ ਕੀਤਾ ਹੈ ਕਿ ਜੇਕਰ ਇਹ ਬਾਈਟ ਡਾਂਸ ਨਾਲ ਸੰਬੰਧ ਨਹੀਂ ਤੋੜਦਾ ਹੈ ਤਾਂ ਟਿਕਟੌਕ ਤੇ ਪਾਬੰਦੀ ਲਗਾਈ ਜਾਵੇ। ਬਿੱਲ ਪਾਸ ਹੋਣ ਤੇ ਟਿਕਟੌਕ ਤੇ ਪਾਬੰਦੀ ਲੱਗ ਜਾਵੇਗੀ। ਜ਼ਿਕਰਯੋਗ ਹੈ ਕਿ ਭਾਰਤ ਨੇ 2020 ਵਿੱਚ ਟਿਕਟੌਕ ਤੇ ਪਾਬੰਦੀ ਲਗਾ ਦਿੱਤੀ ਸੀ। ਅਧਿਐਨ ਨੇ ਦਿਖਾਇਆ ਹੈ ਕਿ ਟਿਕਟੌਕ ਤੇ ਚੀਨ ਵਿਰੋਧੀ ਸਮੱਗਰੀ ਨੂੰ ਦਬਾਇਆ ਜਾਂਦਾ ਹੈ। ਕਸ਼ਮੀਰ ਦੀ ਆਜ਼ਾਦੀ ਦੇ ਸਮਰਥਨ ਵਿੱਚ ਟਿਕਟੌਕ ਤੇ #StandWithKashmir ਵਰਗੇ ਵਿਸ਼ਿਆਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ। ਚੀਨ ਅਜਿਹਾ ਭਾਰਤ ਵਿੱਚ ਅਸਥਿਰਤਾ ਫੈਲਾਉਣ ਲਈ ਕਰਦਾ ਹੈ। ਅਮਰੀਕਾ ਦੇ ਸੂਬੇ ਅਲਬਾਮਾ ਦੇ ਰਹਿਣ ਵਾਲੇ ਇੱਕ ਗੁਜਰਾਤੀ ਨੌਜਵਾਨ ਪਥਿਆਮ ਪਟੇਲ ਨੂੰ ਅਮਰੀਕਾ ਵਿੱਚ $4 ਲੱਖ ਦੇ ਕਥਿਤ ਘਪਲੇ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਅਮਰੀਕੀ ਮੀਡੀਆ ਮੁਤਾਬਕ ਪਥਿਆਮ ਪਟੇਲ ਦੀ ਉਮਰ 23 ਸਾਲ ਹੈ। ਉਹ ਅਲਬਾਮਾ ਦੇ ਟਸਕਾਲੂਸਾ ਵਿੱਚ ਰਹਿੰਦਾ ਹੈ। ਪਥਿਆਮ ਪਟੇਲ ਨੂੰ ਪੁਲਿਸ ਵੱਲੋਂ 6 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਜੇਲ੍ਹ ਵਿੱਚ ਨਜ਼ਰਬੰਦ ਹੈ। ਸਿਰਫ 23 ਸਾਲ ਦੀ ਉਮਰ 'ਚ ਇੰਨਾ ਵੱਡਾ ਘਪਲਾ ਕਰਨ ਵਾਲੇ ਇਸ ਨੌਜਵਾਨ ਤੇ 9 ਵੱਖ-ਵੱਖ ਦੋਸ਼ ਲਗਾਏ ਗਏ ਨੇ। ਅਲਬਾਮਾ ਸਿਕਿਉਰਿਟੀਜ਼ ਕਮਿਸ਼ਨ ਅਨੁਸਾਰ ਪਥਿਆਮ ਪਟੇਲ ਤੇ ਵਿਕਰੀ ਵਿੱਚ ਧੋਖਾਧੜੀ ਦੇ 6 ਮਾਮਲਿਆਂ ਅਤੇ ਝੂਠੇ ਬਿਆਨ ਦੇਣ ਦੇ ਦੋਸ਼ ਹੈ, ਜੋ ਸਾਰੇ ਕਲਾਸ B ਦੇ ਅਪਰਾਧਾਂ ਦੀ ਸ਼੍ਰੇਣੀ ਵਿੱਚ ਹੀ ਆਉਂਦੇ ਨੇ। ਜੇਕਰ ਉਹ ਦੋਸ਼ੀ ਪਾਇਆ ਜਾਂਦਾ ਹੈ ਤਾਂ ਪਥਿਆਮ ਪਟੇਲ ਨੂੰ ਹਰੇਕ ਦੋਸ਼ ਵਿੱਚ 20 ਸਾਲ ਤੱਕ ਦੀ ਕੈਦ ਤੇ $30,000 ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਅਲਬਾਮਾ ਸਿਕਿਉਰਿਟੀਜ਼ ਕਮਿਸ਼ਨ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਅਨੁਸਾਰ ਪਥਿਆਮ ਪਟੇਲ ਤੇ ਫਰਵਰੀ 2024 ਵਿੱਚ ਕਾਉਂਟੀ ਦੀ ਗ੍ਰੈਂਡ ਜਿਊਰੀ ਵੱਲੋਂ ਉਸ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 18 ਜੂਨ 2024 ਨੂੰ ਅਲਬਾਮਾ ਦੀ ਟਸਕਾਲੂਸਾ ਕਾਉਂਟੀ ਵਿੱਚ ਮੁਕੱਦਮਾ ਚੱਲੇਗਾ। ਪਟੇਲ ਤੇ ਆਪਣੇ ਆਪ ਨੂੰ ਇੱਕ ਏਜੰਟ ਵਜੋਂ ਗਲਤ ਢੰਗ ਨਾਲ ਪੇਸ਼ ਕਰਨ ਅਤੇ ਅਲਬਾਮਾ ਵਿੱਚ ਵੇਚੀਆਂ ਗਈਆਂ ਪ੍ਰਾਪਰਟੀਆਂ ਨੂੰ ਰਜਿਸਟਰ ਕਰਨ ਵਿੱਚ ਅਸਫਲ ਰਹਿਣ ਦਾ ਵੀ ਦੋਸ਼ ਹੈ, ਜਿਸ ਵਿੱਚ 1 ਤੋਂ 10 ਸਾਲ ਦੀ ਕੈਦ ਅਤੇ ਹਰੇਕ ਗਿਣਤੀ ਤੇ $15,000 ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਪਟੇਲ ਨੇ 2017 ਤੋਂ 2023 ਤੱਕ 6 ਨਿਵੇਸ਼ਕਾਂ ਨੂੰ ਕੁੱਲ $4 ਲੱਖ ਦੇ ਨਿਵੇਸ਼ ਸਮਝੌਤੇ ਵੇਚੇ। ਭਾਵ ਉਹ ਮਹਿਜ਼ 16-17 ਸਾਲ ਦਾ ਸੀ ਜਦੋਂ ਉਸਨੇ ਇਹ ਕੰਮ ਸ਼ੁਰੂ ਕੀਤਾ ਸੀ। ਪਥਿਆਮ ਪਟੇਲ ਨੇ ਇਹਨਾਂ ਸਾਰੇ ਗਾਹਕਾਂ ਲਈ ਆਪਣੀ ਪਛਾਣ ਇਨਫਿਨਿਟੀ ਵੈਲਥ ਮੈਨੇਜਮੈਂਟ ਦੇ ਪ੍ਰਤੀਨਿਧੀ ਵਜੋਂ ਜਾਰੀ ਕੀਤੀ ਸੀ। ਇਸ ਨਿਵੇਸ਼ ਸਲਾਹਕਾਰ ਫਰਮ ਨੇ ਅਮਰੀਕੀ ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਨਾਲ ਰਜਿਸਟਰ ਹੋਣ ਦਾ ਦਾਅਵਾ ਵੀ ਕੀਤਾ। ਪਟੇਲ ਗਾਹਕਾਂ ਨੂੰ ਦਾਅਵੇ ਕਰਦਾ ਸੀ ਕਿ ਉਹ ਉਹਨਾਂ ਦੇ ਫੰਡਾਂ ਨੂੰ ਸਟਾਕਾਂ ਵਿੱਚ ਨਿਵੇਸ਼ ਕਰਕੇ ਉਹਨਾਂ ਨੂੰ ਚੰਗਾ ਮੁਨਾਫਾ ਕਮਾ ਕੇ ਦੇ ਸਕਦਾ ਹੈ ਤੇ ਨਾਲ ਹੀ ਇਹ ਗਰੰਟੀ ਦਿੰਦਾ ਸੀ ਕਿ ਉਹਨਾਂ ਨੂੰ ਇੱਕ ਪੈਸਾ ਵੀ ਨਹੀਂ ਗਵਾਉਣਾ ਪਵੇਗਾ। ਹਾਲਾਂਕਿ ਨਿਵੇਸ਼ਕਾਂ ਤੋਂ ਫੰਡ ਪ੍ਰਾਪਤ ਕਰਨ ਤੋਂ ਬਾਅਦ ਪਟੇਲ ਕੁਝ ਨਿਵੇਸ਼ਕਾਂ ਨੂੰ ਕਹਿੰਦਾ ਸੀ ਕਿ ਉਹਨਾਂ ਨੂੰ ਆਪਣਾ ਨਿਵੇਸ਼ ਬਰਕਰਾਰ ਰੱਖਣ ਲਈ ਕੁਝ ਫੀਸ ਅਦਾ ਕਰਨੀ ਪਵੇਗੀ, ਪਰ ਅਸਲੀਅਤ ਇਹ ਸੀ ਕਿ ਪਟੇਲ ਨੇ ਨਿਵੇਸ਼ਕਾਂ ਤੋਂ ਪ੍ਰਾਪਤ ਕੀਤੇ ਪੈਸੇ ਨੂੰ ਫਿਊਚਰ ਅਨੁਸਾਰ ਕਿਤੇ ਵੀ ਨਹੀਂ ਰੱਖਿਆ ਤੇ ਇਸ ਦੀ ਬਜਾਏ ਉਹ ਸਾਰਾ ਪੈਸਾ ਵਰਤਦਾ ਸੀ। ਉਹ ਜੂਏ ਦੇ ਨਾਲ-ਨਾਲ ਆਪਣੇ ਨਿੱਜੀ ਖਰਚਿਆਂ ਤੇ ਖਰਚ ਕਰਦਾ ਸੀ ਅਤੇ ਉਸੇ ਸਮੇਂ ਉਹ ਇੱਕ ਨਿਵੇਸ਼ਕ ਤੋਂ ਦੂਜੇ ਨਿਵੇਸ਼ਕ ਨੂੰ ਪੈਸੇ ਭੇਜਦਾ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਟੇਲ ਦੇ ਨਿਵੇਸ਼ ਇਕਰਾਰਨਾਮੇ ਅਲਬਾਮਾ ਸਿਕਿਉਰਿਟੀਜ਼ ਕਮਿਸ਼ਨ ਨਾਲ ਰਜਿਸਟਰਡ ਨਹੀਂ ਸਨ ਅਤੇ ਉਹ ਖੁਦ ਵੀ ਰਜਿਸਟਰਡ ਬ੍ਰੋਕਰ ਡੀਲਰ ਨਹੀਂ ਸੀ। ਛੋਟੀ ਉਮਰ ਵਿੱਚ ਹੀ ਇੰਨਾ ਵੱਡਾ ਘਪਲਾ ਕਰਨ ਵਾਲੇ ਪਟੇਲ ਖਿਲਾਫ ਜੇ ਅਦਾਲਤ ਵਿੱਚ ਦੋਸ਼ ਸਾਬਿਤ ਹੋ ਜਾਂਦਾ ਹੈ ਤਾਂ ਸੰਭਵ ਹੈ ਕਿ ਉਸ ਨੂੰ ਬਾਕੀ ਦੀ ਜ਼ਿੰਦਗੀ ਵੀ ਜੇਲ੍ਹ ਵਿੱਚ ਹੀ ਕੱਟਣੀ ਪਵੇਗੀ। ਤੇ ਇਹ ਸੀ ਹੁਣ ਤੱਕ ਦੀਆਂ ਕੈਨੇਡਾ ਨਿਊਜ਼। ਜਾਂਦੇ ਇੱਕ ਵਾਰ ਫੇਰ ਨਜ਼ਰ ਪਾਉਂਦੇ ਹਾਂ ਮੁੱਖ ਖਬਰਾਂ ਤੇ। ਕੈਨੇਡਾ ਵਿੱਚ ਭਾਰਤੀ ਮਕਾਨ ਮਾਲਕਾਂ ਵੱਲੋਂ ਵੱਡਾ ਰੋਸ ਵਿਖਾਵਾ। ਡੈਲਟਾ ਵਿਖੇ ਹਾਊਸਿੰਗ ਮੰਤਰੀ ਰਵੀ ਕਾਲੋ ਦੇ ਦਫ਼ਤਰ ਮੋਹਰੇ ਮੁਜ਼ਾਹਰਾ। ਬਜਟ ਆਫਿਸਰ ਯਵੇਸ ਗਿਰੌਕਸ ਨੇ ਟੈਕਸਾਂ 'ਚ ਵਾਧੇ ਦੇ ਦਿੱਤੇ ਸੰਕੇਤ। ਟੈਕਸ ਵਧਾਉਣ ਤੋਂ ਇਲਾਵਾ ਸਰਕਾਰ ਕੋਲ ਹੋਰ ਕੋਈ ਚਾਰਾ ਨਹੀਂ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਕੀਤਾ ਗਿਆ ਅਹਿਮ ਐਲਾਨ। ਅਗਲੇ 2 ਸਾਲਾਂ ਵਿੱਚ ਐਕਸਾਈਜ਼ ਟੈਕਸ ਵਿੱਚ ਨਹੀਂ ਹੋਵੇਗਾ ਵਾਧਾ। ਅਤੇ ਕੈਨੇਡਾ 'ਚ 3 ਪੰਜਾਬੀ ਟਰੱਕ ਡਰਾਈਵਰਾਂ ਨੇ ਜਿੱਤਿਆ ਮੁਕੱਦਮਾ। ਕੈਨੇਡੀਅਨ ਟਰੱਕਿੰਗ ਕੰਪਨੀ ਨੇ ਕੀਤਾ ਸੀ ਮੁਕੱਦਮਾ ਦਾਇਰ। ਇਸ ਨਾਲ ਹੀ ਕੈਨੇਡਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਮੈਨੂੰ ਰਚਨਾ ਸੇਵਕ ਨੂੰ ਦੇ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।